ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ। ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ ਰੁਕ ਸਭ ਤੋਂ ਪਹਿਲਾਂ ਕਰਾਂਗੇ ਕਿਸਾਨ ਸੰਸਦ ਦੇ ਵੱਲ। ਜੀ ਹਾਂ, ਕਿਸਾਨਾਂ ਦੇ ਵੱਲੋਂ ਚਲਾਈ ਜਾ ਰਹੀ ਸੰਸਦ ਦਾ ਸੋਮਵਾਰ ਦਾ ਦਿਨ ਵੀ ਕਈ ਮੁੱਦਿਆਂ ਦੇ ਉੱਤੇ ਬਹਿਸ ਤੋਂ ਬਾਅਦ ਖਤਮ ਹੋ ਗਿਆ। ਜੀ ਹਾਂ, ਲਗਾਤਾਰ ਚੱਲ ਰਹੀ ਕਿਸਾਨ ਸੰਸਦ ਦੇ ਵਿੱਚ ਸੋਮਵਾਰ ਦਾ ਦਿਨ ਮਹਿਲਾਵਾਂ ਦਾ ਦਿਨ ਸੀ। ਕਿਸਾਨ ਮਹਿਲਾਵਾਂ ਦੇ ਵੱਲੋਂ 200 ਮਹਿਲਾਵਾਂ ਨੇ ਇਸ ਕਿਸਾਨ ਸੰਸਦ ਦੀ ਅਗਵਾਈ ਕੀਤੀ, ਜਿਸ ਦੇ ਵਿੱਚ ਵੱਖੋ ਵੱਖਰੇ ਔਰਤਾਂ ਦੇ ਮਸਲਿਆਂ ਦੇ ਸਮੇਤ ਕਿਸਾਨੀ ਦੇ ਮਸਲਿਆਂ ਦੇ ਉੱਤੇ ਚਰਚਾ ਕੀਤੀ ਗਈ ਅਤੇ ਇਸ ਮੌਕੇ ਦੇ ਉੱਤੇ ਫਿਲਮੀ ਅਦਾਕਾਰ ਗੁਲਪਨਾਗ ਪਹੁੰਚੀ ਅਤੇ ਨਾਲ ਹੀ ਕਈ ਸਿਆਸੀ ਆਗੂ ਵੀ ਇਸ ਮੌਕੇ ਦੇ ਉੱਤੇ ਇਸ ਸੰਸਦ ਦੇ ਆਲੇ ਦੁਆਲੇ ਨਜ਼ਰ ਆਏ ਨੇ। ਇਸ ਮੌਕੇ ਦੇ ਉੱਤੇ ਕੀ ਕੁਝ ਕਿਹਾ ਹੈ ਇਸ ਸੰਸਦ ਦੇ ਵਿੱਚ ਪਹੁੰਚੀਆਂ ਮਹਿਲਾਵਾਂ ਨੇ, ਉਹ ਸੁਣੋ। ਇਹ ਜਿਹੜੀ ਕਿਸਾਨ ਪਾਰਲੀਮੈਂਟ ਚੱਲ ਰਹੀ ਹੈ ਉਹਦੇ ਦੋ ਮੇਨ ਲਕਸ਼ ਨੇ। ਇੱਕ ਕਿ ਅਸੀਂ असली पार्लीमेंट को दिखाइए कि किस तरीके नाल चर्चा होनी चाहिए है, करनी चाहिए है कानून पास करने तो पहला। दूजा ये कि असी मानते हैं SKM ते किसान यूनियन के आगू कि लैजिसलेटिव प्रोसैस च राजनीति च बराबर की भागीदारी होनी चाहिए है औरतों की। तो अज ये जिहड़ा प्रोग्राम है ये उस लक्ष्य नूं एक कदम नेड़े लियाउण दा रोल अदा कर रहा है। हमने यही रखने हैं कि इस जो किसान है ये कानून बनाए हैं इनको रद्द किया जाए। मेन आज का जो मुद्दा संसद के अंदर भी है वो असेंशियल कमोडिटी एक्ट ਨੂੰ ਸੰਸ਼ੋਧਨ ਕਰਨ ਦਾ ਜੋ ਇਹਨਾਂ ਨੇ ਕਰਤਾ ਸੀ 2020 ਦੇ ਵਿੱਚ, ਜਿਹਦੇ ਚ ਕਿ ਸਟੋਰੇਜ ਦੀ ਫੁੱਲ ਕੈਪੈਸਿਟੀ ਦੇਤੀ ਸੀ ਕੋਈ ਵੀ ਕਰੇ। ਪਰ ਉਹ ਤੁਹਾਨੂੰ ਵੀ ਪਤਾ ਹੈ, ਸਾਨੂੰ ਵੀ ਪਤਾ ਹੈ ਕਿ ਨਾ ਤਾਂ ਕਿਸਾਨ ਕਰ ਸਕਦਾ ਹੈ ਸਟੋਰ, ਨਾ ਮਜ਼ਦੂਰ ਕਰ ਸਕਦਾ ਹੈ, ਨਾ ਕੋਈ ਆਮ ਨਾਗਰਿਕ ਕਰ ਸਕਦਾ ਹੈ। ਉਹ ਤਾਂ ਸਟੋਰ ਤਾਂ ਵੱਡੇ ਘਰਾਣੇ ਹੀ ਕਰਨਗੇ। ਇਸ ਲਈ ਇਸ ਨੂੰ ਖਤਮ ਕੀਤਾ ਜਾ ਕੇ ताकि महंगाई की मार तो बचा जा सके। धन्यवाद जी, बहुत 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 अच्छा महसूस हो रहा है। और सबसे बड़ी तो ये बात है कि जो हमारी असली संसद में वहाँ पर बैठे लोग हैं वो हमें ये कहते हैं कि किसानों को कुछ नहीं पता, उन्हें बहकाया जा रहा है। आज युवा सांसद बनके हमने अपनी संसद में उनको इन कानूनों की कमियां बताई है। तो यही चाहेंगे हम मीडिया के थ्रू कि ये बात हमारी उन तक पहुंचे और उन्हें पता लगे कि किसानों को भी पढ़ना आता है। उनसे तो ज़्यादा पढ़े लिखे हैं, वो अनपढ़ होकर संसद में पहुंच गए हैं, लेकिन यहाँ पर जो किसान हैं उनको अपने कानूनों के बारे में पता, इनमें काला क्या है वो भी पता है। और इसीलिए आज हमने यहाँ पर इन्हीं विषयों पर चर्चा की है। आज एसेंशियल कम्युनिटी एक्ट के ऊपर चर्चा हुई है। देखो, महिलावां साडे समाज का एक अहम अंग है ते अज तक साडी पोलीटिकल लीडरशिप ने तो इन्हों योग थां कदे दित्ती नहीं। साडी पार्लीमेंट विच अज भी गल्लां जरूर करते हैं 33% इन्हां दा हिस्सा होना चाहिए, पर इन्हों ये कानून पास कराउण विच पता नहीं की मुश्किल है, उधर नूं कोई तुरदा नहीं। ते असीं आ जिहड़ा 2 सैशन इस अंदोलन के दौरान असीं महिलावां नूं दित्ते ने, क्योंकि ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ ਹੈ ਇਹਦਾ ਸਿੱਧਾ ਅਸਰ ਜਿਹੜਾ ਸਮਾਜ ਦੇ ਉੱਤੇ ਪੈਂਦਾ ਹੈ। ਉਹ ਸਭ ਤੋਂ ਪਹਿਲਾਂ ਉਹਦਾ ਜਿਹੜਾ ਭਾਰ ਹੈ ਉਹ ਮਹਿਲਾਵਾਂ ਦੇ ਉੱਤੇ ਪੈਂਦਾ ਹੈ। ਰਸੋਈ ਗੈਸ ਦੀ ਕੀਮਤ ਵੱਧਦੀ ਹੈ ਤਾਂ ਉਹਨਾਂ ਦਾ ਬਜਟ ਹਿੱਲਦਾ ਹੈ, ਜੇ ਤੇਲ ਦੀ ਕੀਮਤ ਵੱਧਦੀ ਹੈ ਉਹਨਾਂ ਦਾ ਬਜਟ ਹਿੱਲਦਾ ਹੈ। ਹਰ ਪਾਸਿਓਂ ਦਾਲਾਂ ਦੇ ਰੇਟ ਵੱਧਦੇ ਨੇ, ਕਿਸੇ ਚੀਜ਼ ਦੇ ਰੇਟ ਵੱਧਦੇ ਨੇ, ਮਹਿਲਾਵਾਂ ਦਾ ਜਿਹੜਾ ਬਜਟ ਉਹ ਹਿੱਲ ਜਾਂਦਾ ਹੈ। ਇਸ ਕਰਕੇ ਅਸੀਂ ਉਹਨਾਂ ਨੂੰ ਅੱਜ ਦਾ ਦਿਨ ਦਿੱਤਾ, ਉਹ ਬਹਿਸ ਕਰ ਰਹੀਆਂ ਨੇ ਇਹਦੇ 'ਤੇ। ਔਰ ਇੱਕ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਵੀ ਸਾਡੇ ਸਰਕਾਰ ਵਾਲਿਆਂ ਨੂੰ, ਮੰਤਰੀਆਂ ਨੂੰ, ਪ੍ਰਧਾਨ ਮੰਤਰੀ ਨੂੰ ਤਾਂ ਭਾਵੇਂ ਸਮਝ ਨਾ ਪਵੇ, ਪਰ ਸਾਡੀਆਂ ਮਹਿਲਾਵਾਂ ਨੂੰ ਇਹ ਸਾਰੇ ਕਾਨੂੰਨ ਚੰਗੀ ਤਰ੍ਹਾਂ ਸਮਝ ਪੈਂਦੀ ਆ। ਉਧਰ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੇ ਦਰਮਿਆਨ ਕਿਸਾਨੀ ਅੰਦੋਲਨ ਹੁਣ ਕਿਤੇ ਨਾ ਕਿਤੇ ਸੱਤਾ ਧਿਰ ਦੇ ਲਈ ਬਹੁਤ ਵੱਡਾ ਚੈਲੰਜ ਬਣਦਾ ਜਾ ਰਿਹਾ, ਕਿਉਂਕਿ ਲਗਾਤਾਰ ਵਿਰੋਧਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਕੇਂਦਰ ਦੀ ਭਾਜਪਾ ਸਰਕਾਰ ਦੇ ਉੱਤੇ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤੇ ਪਾਰਲੀਮੈਂਟ ਸੈਸ਼ਨ ਚੱਲਣ ਤੋਂ ਪਹਿਲਾਂ ਹੀ ਕਈ ਤਰ੍ਹਾਂ ਦੇ ਮਤੇ ਤੇ ਪ੍ਰਸਤਾਵ ਪੇਸ਼ ਕਰ ਦਿੱਤੇ ਜਾਂਦੇ ਨੇ। ਇਸੇ ਦੌਰ ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਇੱਕ ਵਾਰ ਫਿਰ ਤੋਂ 5ਵੀਂ ਵਾਰ ਜਿਹੜਾ ਕੰਮ ਰੋਕੂ ਪ੍ਰਸਤਾਵ ਪੇਸ਼ ਕੀਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਸਭ ਤੋਂ ਪਹਿਲਾਂ ਕਿਸਾਨਾਂ ਦੇ ਮਸਲੇ ਤੇ ਚਰਚਾ ਹੋਣੀ ਚਾਹੀਦੀ, ਉਸ ਤੋਂ ਬਾਅਦ ਕਿਸੇ ਹੋਰ ਮਸਲੇ ਤੇ ਚਰਚਾ ਹੋਵੇ। ਅੱਜ 26 ਜੁਲਾਈ ਦਿਨ ਸੋਮਵਾਰ ਨੂੰ ਫਿਰ ਪਾਰਲੀਮੈਂਟ ਚੱਲੇ ਆ ਫਰਜ਼ ਨਿਭਾਉਣ। ਅੱਜ ਫਿਰ ਮੈਂ ਪਾਰਲੀਮੈਂਟ ਦੇ ਵਿੱਚ ਲਗਾਤਾਰ ਅਡਜਰਨਮੈਂਟ ਮੋਸ਼ਨ ਦੇ ਨੋਟਿਸ ਜਿਹੜੇ ਦਿੰਦਾ ਰਿਹਾ। ਅੱਜ ਫਿਰ ਅਡਜਰਨਮੈਂਟ ਮੋਸ਼ਨ ਦਾ ਮੈਂ ਨੋਟਿਸ ਦਿੱਤਾ ਕਿ ਕਿਸਾਨਾਂ ਦੇ ਜਿਹੜੇ ਖਿਲਾਫ ਬਿੱਲ ਆਏ ਨੇ ਤਿੰਨੋਂ, ਉਹਨਾਂ ਨੂੰ ਰਿਪੀਲ ਕਰਨ ਵਾਸਤੇ, ਉਹਨਾਂ ਨੂੰ ਵਾਪਸ ਲੈਣ ਵਾਸਤੇ ਡਿਬੇਟ ਕਰੋ। ਬਾਕੀ ਸਾਰਾ ਲੋਕ ਸਭਾ ਦਾ ਜਿਹੜਾ ਬਿਜ਼ਨਸ ਹੈ ਉਹਨੂੰ ਰੋਕ ਦਿਓ। ਦੂਜੇ ਪਾਸੇ ਜੰਤਰ ਮੰਤਰ ਤੇ ਅੱਜ ਕਿਸਾਨ ਸੰਸਦ ਦੇ ਵਿੱਚ ਮਾਵਾਂ ਭੈਣਾਂ, ਅੱਜ ਮਹਿਲਾਵਾਂ ਆਪਣੀ ਸੰਸਦ ਚਲਾਉਣਗੀਆਂ।
ਸੋ ਸਾਡਾ ਫਰਜ਼ ਬਣਦਾ ਸੰਸਦ ਦੇ ਅੰਦਰ ਸਾਨੂੰ ਭੇਜਿਆ ਲੋਕਾਂ ਨੇ, ਅਸੀਂ ਉੱਥੇ ਸਰਕਾਰਾਂ ਦੇ ਕੰਨਾਂ ਤੱਕ ਗੱਲ ਪਹੁੰਚਾਈਏ। ਬਾਹਰ ਕਿਸਾਨ ਆਪਣੇ ਪਰਿਵਾਰਾਂ ਸਮੇਤ ਜਿਹੜੇ ਨੇ ਉਹ ਸੰਸਦ ਚਲਾ ਰਹੇ ਨੇ ਜੰਤਰ ਮੰਤਰ ਤੇ ਅੱਜ ਫੇਰ ਮੈਂ ਜਾ ਕੇ ਪਾਰਲੀਮੈਂਟ ਦੇ ਵਿੱਚ ਇਹੀ ਗੱਲ ਸਪੀਕਰ ਸਾਹਿਬ ਦੇ ਤੇ ਸਰਕਾਰ ਦੇ ਕੰਨਾਂ 'ਚ ਪਾਉਣੀ ਹੈ ਕਿ ਕਿਸਾਨਾਂ ਦੇ ਜਿਹੜੇ ਖਿਲਾਫ ਬਿੱਲ ਨੇ ਉਹਨਾਂ ਨੂੰ ਵਾਪਸ ਲਓ। ਬਲਕਿ ਨਰਿੰਦਰ ਤੋਮਰ ਜੀ ਤਾਂ ਇਹ ਕਿਹਾ ਕਿ ਕਹਿੰਦੇ ਜਿਹੜੀ ਕਿਸਾਨ ਸੰਸਦ ਹੈ ਉਹ ਬੇਤੁਕੀ ਹੈ। ਮੈਂ ਕਿਹਾ ਸੰਸਦ ਕਿਸਾਨਾਂ ਦੀ ਬੇਤੁਕੀ ਨਹੀਂ ਹੈਗੀ, ਤੁਹਾਡੇ ਕਾਨੂੰਨ ਬੇਤੁਕੇ ਨੇ, ਇਹਨਾਂ ਨੂੰ ਵਾਪਸ ਲੈ ਲਓ, ਸਭ ਕੁਝ ਠੀਕ ਠਾਕ ਹੋ ਜਾਊਗਾ। ਤੇ ਉਧਰ ਦੂਜੇ ਪਾਸੇ ਰੁਖ ਰਾਹੁਲ ਗਾਂਧੀ ਦੇ ਵੱਲ ਕਰਾਂਗੇ। ਰਾਹੁਲ ਗਾਂਧੀ ਵੀ ਕੱਲ ਟਰੈਕਟਰ ਦੇ ਉੱਤੇ ਸਵਾਰ ਹੋ ਕੇ ਪਾਰਲੀਮੈਂਟ ਦੇ ਵਿੱਚ ਪਹੁੰਚੇ ਸੀ, ਜਿੱਥੇ ਉਹਨਾਂ ਦੇ ਨਾਲ ਕਈ ਮੈਂਬਰ ਪਾਰਲੀਮੈਂਟ ਪੰਜਾਬ ਦੇ ਨਜ਼ਰ ਆਏ, ਜਿਨ੍ਹਾਂ ਦੇ ਵਿੱਚੋਂ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਮੈਂਬਰ ਉਹ ਵੀ ਮੌਜੂਦ ਸੀ ਅਤੇ ਰਵਨੀਤ ਬਿੱਟੂ ਵੀ ਇਸ ਮੌਕੇ ਦੇ ਉੱਤੇ ਰਾਹੁਲ ਦੇ ਨਾਲ ਬੈਠੇ ਨਜ਼ਰ ਆਏ ਨੇ। ਰਾਹੁਲ ਦੀ ਇਸ ਟਰੈਕਟਰ ਦੇ ਉੱਤੇ ਆਉਣ ਦੀ ਪ੍ਰਕਿਰਿਆ ਦੇ ਦਰਮਿਆਨ ਹਾਲਾਂਕਿ ਰਾਹੁਲ ਗਾਂਧੀ ਅਤੇ ਸੁਰਜੇਵਾਲ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਪਾਰਲੀਮੈਂਟ ਪੁਲਿਸ ਦੇ ਵੱਲੋਂ, ਤੇ ਬਾਅਦ ਦੇ ਵਿੱਚ ਇਹਨਾਂ ਨੂੰ ਸ਼ਾਮ ਤੱਕ ਛੱਡ ਵੀ ਦਿੱਤਾ ਗਿਆ। ਪਰ ਇਸ ਦਰਮਿਆਨ ਪੰਜਾਬ ਦੇ ਸੰਸਥਾ ਦਾ ਕੀ ਕੁਝ ਕਹਿਣਾ ਸੀ ਉਹ ਸੁਣੋ। ਦੇਖੋ, ਰਾਹੁਲ ਗਾਂਧੀ ਜੀ ਨੇ ਕਾਂਗਰਸ ਪਾਰਟੀ ਦਾ ਜਿਹੜਾ ਪੱਕਾ ਇਰਾਦਾ ਹੈ ਉਹ ਅੱਜ ਜਿਹੜੇ ਗਵਰਨਮੈਂਟ ਹੈ ਨਰਿੰਦਰ ਮੋਦੀ ਜੀ, ਉਹਨਾਂ ਨੂੰ ਅੱਜ ਪੱਕਾ ਇਰਾਦਾ ਜਿਹੜਾ ਉਹਦੇ ਤੋਂ ਜਾਣੂ ਕਰਾਇਆ ਬਾਰ-ਬਾਰ ਕਿ ਸਾਡੇ ਇਰਾਦੇ ਬੜੇ ਪੱਕੇ, ਅਸੀਂ ਕਿਸਾਨ ਮਜ਼ਦੂਰ ਤੇ ਆਮ ਲੋਕਾਂ ਦਾ ਸੰਘਰਸ਼ ਲੜਦੇ ਹਾਂ ਔਰ ਸਾਡੀ ਪਾਰਟੀ ਦੇ ਬਲੱਡ ਦੇ ਵਿੱਚ ਕਿ ਜਿੱਥੇ ਕਿਤੇ ਅਨਿਆਂ ਹੋਵੇ ਉਹਦੇ ਨਾਲ ਡਟ ਕੇ ਖੜਦੀ ਹੈ ਤੇ ਦੇਸ਼ ਦੀ ਜ਼ਿੰਮੇਵਾਰੀ ਵੀ ਹੈ ਸਾਡੇ ਉੱਤੇ। ਸੋ ਅੱਜ ਰਾਹੁਲ ਜੀ ਨੇ ਟਰੈਕਟਰ ਮਾਰਚ ਕੱਢਿਆ ਹੈ ਪਾਰਲੀਮੈਂਟ ਤੱਕ, ਅਸੀਂ ਸਾਰੇ ਨਾਲ ਸਾਂ ਔਰ ਉਹਦਾ ਇੱਕ ਹੀ ਸੰਦੇਸ਼ ਸੀ ਮੋਦੀ ਜੀ ਨੂੰ, ਪਿਆੜਾ ਜਿਹੜਾ ਕਿਸਾਨ ਦਾ ਪੁੱਤ ਹੈ ਟਰੈਕਟਰ ਜਿਹਦੇ ਨਾਲ ਉਹ ਵਾਹੀ ਕਰਦਾ ਹੈ, ਅੱਜ ਉਹਦੀ ਸਵਾਰੀ ਕਰਕੇ ਰਾਹੁਲ ਜੀ ਗਏ ਔਰ ਉੱਥੇ ਜਾ ਕੇ ਇੱਕ ਸੰਦੇਸ਼ ਦਿੱਤਾ ਕਿ ਇਹ ਕਿਸਾਨ ਦਾ ਬੱਚਾ ਜਿਹੜਾ ਅਸੀਂ ਟਰੈਕਟਰ ਜਿਹਨੂੰ ਧੀਆਂ ਪੁੱਤਾਂ ਵਾਂਗੂ ਰੱਖਦੇ ਹਾਂ, ਕਿਸਾਨ ਦੀ ਜਾਨ ਹੁੰਦਾ ਹੈ, ਅੱਜ ਉਹਨੂੰ ਦਿਖਾ ਕੇ ਦੱਸਿਆ ਕਿ ਇਹ ਅੱਜ ਇਹਨਾਂ ਦੇ ਜਿਹੜੇ ਵਾਰਸ ਨੇ ਉਹ ਬੈਠੇ ਨੇ ਸੜਕਾਂ ਦੇ ਉੱਤੇ, ਉਹ ਬੈਠੇ ਨੇ ਬਾਰਡਰਾਂ ਦੇ ਉੱਤੇ। ਮੋਦੀ ਜੀ ਉੱਠੋ, ਇਹ ਬਿੱਲ ਕਾਲੇ ਕਾਨੂੰਨ ਵਾਪਸ ਲਓ, ਤੁਹਾਨੂੰ ਲੈਣੇ ਪੈਣੇ ਆ। ਅੱਜ ਉਹਨਾਂ ਦਾ ਪੱਕਾ ਇਰਾਦਾ ਦੁਬਾਰਾ ਉਹਨਾਂ ਨੂੰ ਮਤਲਬ ਬਾਰ-ਬਾਰ ਹਮੇਸ਼ਾ ही ਅਸੀਂ बाहर भी एजिटेशन करते राहुल जी और अंदर भी आज बाहर फिर दोबारा आज ट्रैक्टर लेके गए। हम जो किसानों का मैसेज है जी उसको हम पार्लियामेंट तक लाए हैं। पार्लियामेंट में इसके बारे में चर्चा नहीं करने देते हैं, किसानों को दबा रहे हैं, हिंदुस्तान के सब किसानों को दबा रहे हैं, इसलिए हम यहाँ राहुल काले कानून है जी इनको वापस लेना पड़ेगा। राहुल जी, आप खुद ट्रैक्टर यहाँ पर चला के आए हैं, पहली बार ऐसा हुआ कि कोई नेता ट्रैक्टर चला के संसद भवन तक पहुँचा हो किसानों को लेकर, लेकिन सरकार आप लोगों की बात सुन नहीं मैसेज देना चाहता हूँ, ये किसानों का मैसेज है जी, इसीलिए मैं इसको यहाँ लाया। राहुल जी, सरकार कह रही है खामी नहीं है, कोई कमी नहीं है, कोई कमी नहीं है इनमें, ये किसानों के फायदे के लिए है और आप लोगों के पास मुद्दा नहीं है, लेकिन हम बातचीत के लिए किसानों से तैयार हैं। बड़े उद्योगपतियों के फायदे के लिए है, पूरा हिंदुस्तान जानता है कि किसके लिए ये किया जा रहा है, ये किसानों के फायदे के लिए नहीं है कानून और इन कानून को वापस लेना पड़ेगा। ਪੰਜਾਬ ਇਸ ਵੇਲੇ ਚ ਰੁਖ ਹੁਣ ਦੇ ਖਾਸ ਅਤੇ ਤਾਜ਼ਾ ਸਿਆਸੀ ਹਾਲਾਤਾਂ ਦੇ ਵੱਲ। ਅਕਾਲੀ ਦਲ ਬਹੁਜਨ ਸਮਾਜ ਪਾਰਟੀ ਲਗਾਤਾਰ ਪਹਿਲੇ ਦਿਨ ਤੋਂ ਜਦੋਂ ਦਾ ਸੈਸ਼ਨ ਚੱਲ ਰਿਹਾ ਹੈ ਇੱਕੋ ਹੀ ਏਜੰਡਾ ਲੈ ਕੇ ਕਿਸਾਨੀ ਦੇ ਕਾਲੇ ਕਾਨੂੰਨ ਵਾਪਸ ਲਾਉਣ ਲੈ ਕੇ ਸੰਘਰਸ਼ ਕਰ ਰਹੇ ਹਾਂ। ਸਾਡਾ ਇਸ ਸੈਸ਼ਨ ਵਿੱਚ ਤੇ ਅੱਗੇ ਸੈਸ਼ਨਾਂ ਵਿੱਚ ਇੱਕੋ ਇੱਕ ਏਜੰਡਾ ਰਹਿਣਾ ਕਿ ਪੰਜਾਬ ਦੇ ਦੇਸ਼ ਦੇ ਕਿਸਾਨਾਂ ਨੂੰ ਬਚਾਉਣਾ ਤੇ ਕਿਸਾਨੀ ਨੂੰ ਇਨਸਾਫ ਦਿਲਾਉਣਾ ਤੇ ਕਾਲੇ ਕਾਨੂੰਨ ਵਾਪਸ ਲਾਉਣਾ। ਮੈਂ ਅਪੀਲ ਕਰਦਾ ਦੂਜੀਆਂ ਪਾਰਟੀਆਂ ਨੂੰ ਵੀ ਕਿ ਏਜੰਡੇ ਨੂੰ ਬਦਲੋ ਨਾ, ਇਹ ਜਿਹਾ ਕੋਈ ਬਹਾਨਾ ਨਾ ਲੱਭੋ ਜਿੰਨਾ ਏਜੰਡਾ ਬਦਲ ਜਾਏ, ਕਿਉਂਕਿ ਅਗਰ ਆਪਾਂ ਏਜੰਡਾ ਕੋ ਦੂਜੀ ਪਾਰਟੀਆਂ ਬਦਲਣਗੀਆਂ ਆਟੋਮੈਟਿਕਲੀ ਤਾਕਤ ਸੈਂਟਰ ਸਰਕਾਰ ਨੂੰ ਮਿਲੂਗੀ, ਉਹਨਾਂ ਨੇ ਵਾਪਸ ਨਹੀਂ ਕਰਨਾ। ਇਸ ਕਰਕੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਵੀ ਇੱਕੋ ਏਜੰਡਾ ਲੈ ਕੇ ਖੜੀ ਹੈ ਤੇ ਲੜਾਈ ਲੜ ਰਹੀ ਹੈ, ਮੈਂ ਦੂਸਰੀ ਵਿਰੋਧੀ ਪਾਰਟੀ ਨੂੰ ਨਹੀਂ ਕਹਿਣਾ ਕੋਈ ਇੱਕੋ ਏਜੰਡਾ ਰੱਖੋ ਇਸ ਸੈਸ਼ਨ ਤਾਂ ਹੀ ਮਜਬੂਰ सेंटर सरकार कर सके। अपमान को ना हिंदुस्तान सहेगा क्योंकि ये अन्नदाता का अपमान है। उखाड़ के फेंक देंगे, कहिए नालायक है, निकम्मी है और यही उखाड़ के फेंकेंगे। भाजपा और श्रोमणी अकाली दल आपने देखा दूसरी पार्टियों ने तो दूसरे मुद्दे उठा ले, लेकिन बहन जी की पार्टी और सर प्रकाश सिंह की बादल जी की पार्टी ने पहले दिन से हम एक ही मुद्दे की लड़ाई लड़ रहे हैं कि लोगों की सुनो, अन्नदाता की सुनो, जो जिन्होंने जाने गवा दी है उनका जानों का मोल डालिए। आप मोल तो क्या डालनी है, उन्हें बेइज्जती करते हैं।
ਤੇ ਰੁਕ ਕਰਾਂਗੇ ਪੰਜਾਬ ਕਾਂਗਰਸ ਦੇ ਵੱਲ। ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਚੁਣੇ ਗਏ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੱਲ ਪਹਿਲੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਉਹਨਾਂ ਦੇ ਨਾਲ ਨਿਯੁਕਤ ਕੀਤੇ ਗਏ ਕਾਰਜਕਾਰੀ ਪ੍ਰਧਾਨਾਂ ਦੇ ਨਾਲ ਪਹਿਲਾਂ ਮੁਲਾਕਾਤ ਕੀਤੀ ਗਈ। ਉਸ ਤੋਂ ਬਾਅਦ ਤਕਰੀਬਨ 15 ਦੇ ਕਰੀਬ ਸੰਸਥਾਵਾਂ ਦੇ ਵਿਭਾਗ ਜੋ ਕਾਂਗਰਸ ਦੇ ਅਧੀਨ ਚੱਲਦੇ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਜਿਹੜੀ ਕੀਤੀ ਗਈ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅਤੇ ਕਾਂਗਰਸ ਦੇ ਢਾਂਚੇ ਨੂੰ ਮਜ਼ਬੂਤ ਕਰਨ ਦੀ। ਇਸ ਦੌਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਾਫੀ ਸਰਗਰਮ ਨਜ਼ਰ ਆ ਰਹੇ ਨੇ। ਸਿੱਧੂ ਦੇ ਵੱਲੋਂ ਕੀਤੀ ਗਈ ਮੁਲਾਕਾਤ ਤੋਂ ਬਾਅਦ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਤੇ ਨਾਲ ਹੀ ਪਵਨ ਗੋਇਲ ਜੋ ਐਕਟਿੰਗ ਪ੍ਰਧਾਨ ਲਗਾਏ ਗਏ ਨੇ ਉਹਨਾਂ ਨੇ ਵੀ ਮੁਲਾਕਾਤ ਕੀਤੀ। ਮੀਡੀਆ ਦੇ ਨਾਲ ਕੀ ਕੁਝ ਉਹਨਾਂ ਨੇ ਕਿਹਾ ਉਹ ਵੀ ਸੁਣੋ। ਇਹ ਤੁਹਾਨੂੰ ਮੈਂ ਫਿਰ ਉਹੀ ਗੱਲ ਕਹਿੰਦਾ, ਪਾਰਟੀ ਦੀ ਬੈਠਕ ਸੀ, ਪਾਰਟੀ ਦੀ ਮੀਟਿੰਗ ਸੀ, ਪਾਰਟੀ ਦੇ ਜੋ ਗੱਲਾਂ ਬਾਤਾਂ ਸੀਗੀਆਂ, ਮੁਸ਼ਕਲਾਂ ਸੀਗੀਆਂ, ਉਹ ਸਾਰੀਆਂ ਉਹਨਾਂ ਨੇ ਬੜੇ ਪੇਸ਼ੈਂਟਲੀ ਸੁਣੀਆਂ ਔਰ ਹਰੇਕ ਨੂੰ ਉਹਨਾਂ ਨੇ ਪੂਰਾ ਟਾਈਮ ਦਿੱਤਾ ਔਰ ਇਹੀ ਕਿਹਾ ਵੀ ਹਰ 15 ਦਿਨਾਂ ਦੇ ਵਿੱਚ ਇੱਕ ਇਹੋ ਜਿਹੀ ਮੀਟਿੰਗ ਜਿਹੜੀ ਪਾਰਟੀ ਦੇ ਫਰੰਟਲਸ ਸੈਲਸ ਔਰ ਜਿਹੜੇ ਹੋਰ ਅਹੁਦੇਦਾਰ ਆ ਵੀ ਇੱਕ ਸਿਸਟਮ ਬਣਾਉਣ ਦੀ ਗੱਲ ਕੀਤੀ ਆ ਔਰ ਉਹੀ ਉਹ ਗੱਲ ਕੀਤੀ। ਸਿਸਟਮ ਪਹਿਲਾਂ ਨਹੀਂ ਸੀਗਾ ਤੁਹਾਡੇ ਹਿਸਾਬ ਦੇ ਨਾਲ? ਦੇਖੋ ਮੈਂ ਫਿਰ ਤੁਹਾਨੂੰ ਇਹ ਕਹਿ ਰਿਹਾ ਵੀ ਇੱਕ ਨਵੇਂ ਨਿਯੁਕਤ ਪ੍ਰਧਾਨ ਆ, ਉਹਨਾਂ ਦਾ ਇੱਕ ਹਰ ਪ੍ਰਧਾਨ ਦੇ ਨਾਲ ਇੱਕ ਆਪ ਦਾ ਸਿਸਟਮ ਬਣਦਾ ਵਾ, ਹਰ ਪ੍ਰਧਾਨ ਦਾ ਆਪਣਾ ਸਿਸਟਮ ਹੁੰਦਾ ਵਾ ਔਰ ਇੱਕ ਕਾਂਗਰਸ ਪਾਰਟੀ ਦੀ ਰਵਾਇਤ ਨੂੰ ਅੱਗੇ ਰੱਖਦੇ ਹੋਏ ਜਿਹੜਾ ਉਹਨਾਂ ਨੇ ਗੱਲ ਕੀਤੀ ਆ ਵੀ ਵਰਕਰਾਂ ਨੂੰ ਨਾਲ ਲੈ ਕੇ ਵਰਕਰਾਂ ਨੂੰ ਤਗੜੇ ਕਰਕੇ ਵਰਕਰਾਂ ਦੀ ਆਵਾਜ਼ ਜਿਹੜੀ ਆ ਉਹਨੂੰ ਪਹੁੰਚਾਇਆ। ਅੱਜ ਬਹੁਤ ਵਧੀਆ ਮੀਟਿੰਗ ਹੋਈ ਜੀ। ਅਸੀਂ ਪਹਿਲਾਂ ਪ੍ਰਧਾਨ ਜੀ ਨਾਲ ਤੇ ਨਾਲ ਜਿਹੜੇ ਅਸੀਂ 4 ਕਾਰਜਕਾਰਨੀ ਪ੍ਰਧਾਨ ਆ ਉਹਨਾਂ ਨਾਲ ਬੈਠ ਕੇ ਆਰਗੇਨਾਈਜੇਸ਼ਨ ਦੇ ਮੁਤਲਕ ਮੀਟਿੰਗ ਕੀਤੀ। ਉਸ ਤੋਂ ਬਾਅਦ ਜਿੰਨੇ ਵੀ ਸਾਡੇ ਸੈੱਲ ਨੇ, ਸਾਡੀ ਫਰੰਟਲ ਆਰਗੇਨਾਈਜੇਸ਼ਨਸ ਨੇ, ਉਹਨਾਂ ਨਾਲ ਤੁਸੀਂ ਦੇਖਿਆ ਹੋਣਾ ਘੱਟੋ ਘੱਟ 3 ਘੰਟੇ ਮੀਟਿੰਗ ਕੀਤੀ, ਸਾਰੇ ਦੇ ਵਿਚਾਰ ਸੁਣੇ ਔਰ ਪ੍ਰਧਾਨ ਜੀ ਨੇ ਕਿਹਾ ਵਿਦਿਨ 15 ਡੇਜ਼ ਜੋ ਵੀ ਸਾਡੀਆਂ ਫਰੰਟਲ ਆਰਗੇਨਾਈਜੇਸ਼ਨਸ ਆ ਉਹਨਾਂ ਨਾਲ ਮੀਟਿੰਗ ਹੋਊਗੀ ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਾਂਗੇ। ਢਾਂਚਾ ਬਦਲਣ ਨੂੰ ਲੈ ਕੇ ਕੋਈ ਹੋਈ ਹੈ? ਨਹੀਂ, ਉਹ ਕੋਈ ਗੱਲ ਨਹੀਂ ਹੋਈ ਜੀ। ਸਿਰਫ ਅੱਜ ਤਾਂ ਫਰੰਟਲ ਆਰਗੇਨਾਈਜੇਸ਼ਨ ਜੋ ਸਾਡੇ ਸੈੱਲ ਨੇ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਹੈ, ਪ੍ਰਧਾਨ ਜੀ ਦੇ ਕਾਰਜਕਾਰੀ ਪ੍ਰਧਾਨ। ਸਰਕਾਰ ਨਾਲ ਪਾਰਟੀ ਦਾ ਤਾਲਮੇਲ ਵਧਾਉਣ ਦੇ ਲਈ ਉਹ ਤਾਂ ਹੋਊਗੀ। ਬਹੁਤ ਵਧੀਆ ਮੀਟਿੰਗ ਰਹੀ, ਸਾਰਿਆਂ ਨੇ ਆਪਣੇ ਸੁਝਾਅ ਦਿੱਤੇ, ਸੁਣਿਆ ਗਿਆ। ਸਿੱਧੂ ਸਾਹਿਬ ਨੇ ਜਿਹੜਾ ਹੈਗਾ ਹੋਰ ਸਟਰੋਂਗ ਕਰਨ ਲਈ ਕਾਂਗਰਸ ਨੂੰ ਮੰਤਰ ਦਿੱਤਾ, ਜਿਹੜੇ ਚੇਅਰਮੈਨ ਔਰ ਫਰੰਟਲ ਆਰਗੇਨਾਈਜੇਸ਼ਨ ਦੇ ਆਏ ਸੀ। ਸੋ ਸਾਰੇ ਮੁੱਦਿਆਂ ਤੇ ਚਰਚਾ ਹੋਈ ਹੈ। ਹੁਣ 15 ਦਿਨ ਬਾਅਦ ਦੁਬਾਰਾ ਇੱਕ ਮੀਟਿੰਗ ਜਿਹੜੀ ਰੱਖੀ ਗਈ ਹੈ ਕਿ ਜਿਹੜੇ ਪੁਆਇੰਟਸ ਨੇ ਹੋਰ ਕਿਵੇਂ ਮਜ਼ਬੂਤੀ ਨਾਲ ਕਾਂਗਰਸ ਕੈਡਰ ਨੂੰ ਥੱਲਿਓਂ ਮਜ਼ਬੂਤ ਕੀਤਾ ਜਾਵੇ ਉਹਦੇ ਤੇ ਵਿਚਾਰ ਚਰਚਾ ਕਰਾਂਗੇ। ਤੇ ਉਧਰ ਨਵਜੋਤ ਸਿੰਘ ਸਿੱਧੂ ਲਗਾਤਾਰ ਜਦੋਂ ਤੋਂ ਪ੍ਰਧਾਨ ਬਣੇ ਨੇ ਉਦੋਂ ਤੋਂ ਹੀ ਵਿਰੋਧੀਆਂ ਦੇ ਵੀ ਨਿਸ਼ਾਨੇ ਦੇ ਉੱਤੇ ਨੇ। ਬੀਤੇ ਦਿਨ ਇੱਕ ਕੀਤੀ ਗਈ ਟਿੱਪਣੀ ਦੇ ਉੱਤੇ ਲਗਾਤਾਰ ਸਿਆਸਤ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ ਦੀ ਟਿੱਪਣੀ ਦੇ ਉੱਤੇ ਅਕਾਲੀ ਦਲ ਦੇ ਵੱਲੋਂ ਵੱਖੋ ਵੱਖਰੇ ਪ੍ਰਤੀਕਰਮ ਆਉਂਦੇ ਨੇ। ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਨੇ। ਹਾਲਾਂਕਿ ਨਵਜੋਤ ਸਿੰਘ ਸਿੱਧੂ ਇਸ ਦੇ ਉੱਤੇ ਕਹਿ ਚੁੱਕੇ ਨੇ ਕਿ ਜਦੋਂ ਵੀ ਕਿਸਾਨ ਸੱਦਣਗੇ ਉਹ ਨੰਗੇ ਪੈਰੀ ਕਿਸਾਨਾਂ ਦੇ ਨਾਲ ਮੁਲਾਕਾਤ ਕਰਨ ਜਾਣ ਦੇ ਲਈ ਵੀ ਤਿਆਰ ਨੇ। तो जिस तरीके से किसानों ने रिएक्ट किया वो नेचुरल है, क्योंकि कौन चाहता है कि ऐसे अहंकारी व्यक्ति के पास जाके कोई फरियाद करे। किसान देश का अन्नदाता है, तो उसके बारे में जो व्यक्ति ऐसी भाषा का इस्तेमाल करता है उसे आम लोगों को बताओ कि क्या उम्मीद है। लेकिन अभी तक उन्होंने अपने लफ्ज़ वापस नहीं लिए, अभी तक उन्होंने जनतक तौर पे माफ़ी नहीं मांगी। अब जब विरोध होना शुरू हुआ तो अब कह रहे कि मैं नंगे पांव चलने को तैयार हूं। तो पहले जो आपने बात कही है उसको तो मानो कि आपने गलत कहा, लेकिन सत्ता का गुरूर है, उनको लगता है कि मेरे पास अब ताकत है इतनी बहुत, तो मैं किसी को क्या समझता हूँ। लेकिन जनता की ताकत है, किसानों की ताकत है, बहुत बड़ी है। धीरे धीरे उसको आटे दाल का भाव से पता चल जाएगा। ਤੇ ਉਧਰ ਭਾਜਪਾ ਆਗੂ ਸ਼ਵੇਤ ਮਲਿਕ ਦੇ ਵੱਲੋਂ ਵੀ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਨਿਯੁਕਤ ਹੋਣ ਦੇ ਉੱਤੇ ਟਿੱਪਣੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰੋਡਕਟ ਪੁਰਾਣਾ ਹੈ, ਸਿਰਫ ਰੈਪਰ ਚੇਂਜ ਕੀਤਾ ਗਿਆ, ਇਸ ਦੇ ਨਾਲ ਕੋਈ ਫਰਕ ਨਹੀਂ ਪਏਗਾ, ਬਲਕਿ ਜੋ ਕੰਮ ਕਰ ਪੰਜਾਬ ਦੇ ਵਿੱਚ ਹੋਣਾ ਹੈ ਉਸੇ ਤਰ੍ਹਾਂ ਚੱਲਦੇ ਰਹਿਣਗੇ। ਪੁਰਾਣਾ ਪ੍ਰੋਡਕਟ, ਨਵਾਂ ਰੈਪਰ ਪੈਕਿੰਗ। ਨਵਜੋਤ ਸਿੰਘ ਸਿੱਧੂ ਪ੍ਰੋਡਕਟ ਪੁਰਾਣਾ ਹੀ ਹੈ ਪਰ ਉਹਦੀ ਪੈਕਿੰਗ ਬਦਲ ਕੇ, ਰੈਪਰ ਬਦਲ ਕੇ ਪ੍ਰਸ਼ਾਂਤ ਕਿਸ਼ੋਰ ਜਿਹੜਾ ਚੁਣਾਵੀ षड्यंत्रकारी ਹੈ ਕਾਂਗਰਸ ਦਾ, ਉਹਦੀ ਇਹ ਸਾਰੀ ਨੀਤੀ ਹੈ। ਔਰ ਸਿੱਧੂ ਨੇ ਜੋ ਕੈਪਟਨ ਅਮਰਿੰਦਰ ਦੇ ਖਿਲਾਫ ਕਿਹਾ, ਉਹ ਇਹ ਕਿਹਾ ਕਿ ਮੈਂ ਤੇ ਕਾਂਗਰਸ ਦਫ਼ਤਰ 'ਚ ਬਿਸਤਰਾ ਲਾ ਲੈਣਾ। ਹੁਣ ਇਹ ਕੀ ਇੰਡੀਕੇਟ ਕਰਦਾ ਕਿ ਕੈਪਟਨ ਅਮਰਿੰਦਰ ਕਿਤੇ ਨਿਕਲੇ ਹੀ ਨਹੀਂ।
4.5 ਸਾਲ ਚੀਫ ਮਿਨਿਸਟਰ ਰਹੇ, ਨਾ ਉਹ ਕਿਸੇ ਜ਼ਿਲ੍ਹੇ 'ਚ ਗਏ, ਨਾ ਉਹ ਆਪਣੇ ਦਫ਼ਤਰ ਗਏ, ਨਾ ਉਹਨਾਂ ਨੇ ਸਰਕਾਰ ਸੰਭਾਲੀ, ਨਾ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੰਮਕਾਜ ਕੀਤਾ। ਤੇ ਜਿਹੜਾ ਸਿੱਧੂ ਕਹਿ ਰਿਹਾ ਮੈਂ ਕਾਂਗਰਸ ਦਫ਼ਤਰ ਬਿਸਤਰ ਲਾ ਲੈਣਾ, ਉਹ ਇਹ ਇੰਡੀਕੇਟ ਕਰ ਰਿਹਾ ਕਿ ਅੱਜ ਤੱਕ ਕਾਂਗਰਸ ਲਵਾਰਸ ਸੀਗੀ ਤੇ ਮੈਂ ਬਿਸਤਰ ਲਾਣ ਆ ਗਿਆ। ਬਿਸਤਰ ਤੇ ਖੈਰ ਕਿੰਨੇ ਲਾਣਾ? ਨਵਜੋਤ ਸਿੰਘ ਸਿੱਧੂ ਨੇ ਵੀ ਕਾਰਾਂ ਤੇ ਕੋਠੀਆਂ ਦੇ ਸੁੱਖ ਭੋਗਨੇ ਨੇ। ਇਹ ਤਾਂ ਕਹਿਣ ਦੀ ਗੱਲ ਹੈ, ਪਰ ਇੰਡੀਕੇਸ਼ਨ ਕੈਪਟਨ ਨੂੰ ਦੇਤੀ ਕਿ ਕਿਉਂਕਿ ਕੈਪਟਨ ਨਜ਼ਰ ਨਹੀਂ ਸੀ ਆਇਆ, ਇਸ ਕਰਕੇ ਮੈਂ ਬਿਸਤਰ ਲਾਣਾ ਹੈ। ਔਰ ਇਹ ਕਿਸ ਤਰ੍ਹਾਂ ਦੀ ਕਾਂਗਰਸ ਹੈ ਕਿ ਜਿਹਦੇ 2 ਕੈਪਟਨ ਨੇ ਔਰ ਦੋਨਾਂ ਦੇ ਮੂੰਹ ਇੱਕ ਦੂਜੇ ਤੋਂ ਅਲੱਗ ਨੇ। ਕੈਪਟਨ ਨੇ ਕਹਿ ਦਿੱਤਾ ਸੀ ਕਿ ਸਿੱਧੂ ਦੀ ਐਂਟਰੀ ਮੇਰੇ ਘਰ 'ਚ ਬੈਨ ਹੈ ਜਦ ਤੱਕ ਮਾਫੀ ਨਹੀਂ ਮੰਗਦਾ। ਤੇ ਕੀ ਹੁਣ ਕਾਂਗਰਸ ਦਾ ਪ੍ਰਧਾਨ ਚੀਫ ਮਿਨਿਸਟਰ ਦੇ ਘਰ ਨਹੀਂ ਜਾ ਸਕੇਗਾ? ਕਿਉਂਕਿ ਜੇ ਸਿੱਧੂ ਮਾਫੀ ਨਹੀਂ ਮੰਗਦਾ ਤੇ ਕੈਪਟਨ ਅਮਰਿੰਦਰ ਨੇ ਸ਼ਰਤ ਰੱਖੀ ਹੋਈ ਹੈ ਕਿ ਸਿੱਧੂ ਮਾਫੀ ਮੰਗੇਗਾ ਤੇ ਮੇਰੇ ਘਰ ਦੇ ਅੰਦਰ ਆ ਸਕਦਾ ਹੈ। ਤੇ ਮੈਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਤੋਂ ਇਹ ਵਾਅਦਾ ਮੰਗਣਾ ਕਿ ਜੋ ਵਾਅਦੇ ਕਰਕੇ ਪ੍ਰਧਾਨ ਬਣੇ ਹੋ ਕਿ ਤੁਸੀਂ ਅਨਇੰਪਲੋਇਡ ਮਹਿਲਾਵਾਂ ਨੇ ਜਿਹੜੀਆਂ ਬੇਰੋਜ਼ਗਾਰ ਮਹਿਲਾਵਾਂ ਉਹਨਾਂ ਨੂੰ ਰੋਜ਼ਗਾਰ ਦਿਓਗੇ? ਕਿ ਤੁਸੀਂ ਉਹ ਬੱਚੇ ਜਿਨ੍ਹਾਂ ਨਾਲ ਝੂਠਾ ਵਾਅਦਾ ਕੀਤਾ ਸੀ ਕੈਪਟਨ ਸਰਕਾਰ ਨੇ ਨੌਕਰੀਆਂ ਦੇਣ ਦਾ, ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਨੌਕਰੀਆਂ ਦਿਓਗੇ? ਉਧਰ ਹੋਰ ਕਈ ਅਹਿਮ ਮਸਲਿਆਂ ਦੇ ਉੱਤੇ ਸ਼ਵੇਤ ਮਲਿਕ ਨੇ ਬਿਆਨ ਦਿੱਤੇ ਨੇ ਕਿ ਕੁਝ ਸ਼ਵੇਤ ਮਲਿਕ ਨੇ ਕਿਹਾ ਸੁਣੋ। ਐਸਾ ਹੈ ਕਿ 301 ਯੂਨਿਟ ਹੋ ਜਾਣਗੇ ਤੇ 300 ਪੂਰੇ ਯੂਨਿਟਾਂ ਦੀ ਬਿਜਲੀ ਦੇ ਚਾਰजेस ਲੱਗਣਗੇ। ਇਹ ਤੁਸੀਂ ਨਾਲ ਐਡ ਕਰੋ ਕਿ ਕੇਜਰੀਵਾਲ ਤੋਂ ਪ੍ਰਸ਼ਨ ਹੋਇਆ ਕਿ ਜੇ 301 ਯੂਨਿਟ ਹੋ ਗਏ, ਉਹਨੇ ਕਿਹਾ ਜੀ ਪੂਰਾ ਰੇਟ ਚਾਰਜ ਕੀਤਾ ਜਾਏਗਾ। ਸੋ ਇੱਕ ਧੋਖਾ ਹੈ, ਧੋਖੇ ਦੇ ਇਲਾਵਾ ਕੁਝ ਨਹੀਂ। ਪਹਿਲੇ ਧੋਖਾ ਦਿੱਲੀ ਦਿੱਤਾ, ਹੁਣ ਧੋਖਾ ਪੰਜਾਬ ਨੂੰ ਦੇਣ ਆ ਗਿਆ ਕੇਜਰੀਵਾਲ। ਉਧਰ ਆਖਿਰਕਾਰ ਕੋਰੋਨਾ ਮਹਾਮਾਰੀ ਤੋਂ ਬਾਅਦ 4 ਮਹੀਨੇ ਦੇ ਸਮੇਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਨਿੱਜੀ ਅਤੇ ਸਰਕਾਰੀ ਸਕੂਲ ਖੁੱਲ੍ਹੇ ਨੇ। ਸਕੂਲ ਖੁੱਲ੍ਹਣ ਤੋਂ ਬਾਅਦ ਹਾਲਾਂਕਿ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ 50% ਦੇ ਲਗਭਗ ਹੀ ਵੇਖਣ ਨੂੰ ਮਿਲੀ ਹੈ, ਪਰ ਕਿਤੇ ਨਾ ਕਿਤੇ ਵਿਦਿਆਰਥੀ ਅਤੇ ਅਧਿਆਪਕ ਇਸ ਨੂੰ ਲੈ ਕੇ ਉਤਸ਼ਾਹਿਤ ਜ਼ਰੂਰ ਸੀ। ਉਹਨਾਂ ਦਾ ਕਹਿਣਾ ਹੈ ਕਿ 4 ਮਹੀਨਿਆਂ ਤੋਂ ਬਾਅਦ ਸਕੂਲ ਖੁੱਲ੍ਹਣਾ ਚੰਗਾ ਹੈ, ਕਿਉਂਕਿ ਸਕੂਲਾਂ ਦੇ ਵਿੱਚ ਆ ਕੇ ਹੀ ਵਿਦਿਆਰਥੀਆਂ ਦੇ ਵੱਲੋਂ ਪੜ੍ਹਾਈ ਜਿਹੜੀ ਆ ਉਹ ਵਧੀਆ ਤਰੀਕੇ ਨਾਲ ਕੀਤੀ ਜਾਂਦੀ ਹੈ। ਸੋ ਮੈਨੂੰ ਬਹੁਤ ਵਧੀਆ ਲੱਗਿਆ ਸਕੂਲ ਆ ਕੇ, ਕਿਉਂਕਿ ਸਾਡੀ ਵੈਸੇ ਜ਼ੂਮ ਮੀਟਿੰਗ 'ਤੇ ਵੀ ਕਲਾਸਿਸ ਲੱਗੀਆਂ ਸੀ ਜਦੋਂ ਆਨਲਾਈਨ ਕਲਾਸਿਸ ਸੀਗੀਆਂ। ਸਾਰੇ ਟੀਚਰ ਸਾਡੇ ਮਤਲਬ ਹਰ ਸਿਚੁਏਸ਼ਨ ਉਹ 'ਤੇ ਸੋਲਵ ਕਰਦੇ ਸੀਗੇ। ਬਟ ਹੁਣ ਜਿਵੇਂ ਸਕੂਲ ਵਿੱਚ ਕਲਾਸਿਸ ਲੱਗੇ ਤਾਂ ਆਪਾਂ ਟੀਚਰਸ ਨੂੰ ਆਮਣੇ ਸਾਹਮਣੇ ਬੈਠ ਕੇ ਆਪਾਂ ਸਾਰੇ ਆਪਣੇ ਸੋਲੂਸ਼ਨਸ ਪੁੱਛ ਸਕਦੇ ਹਾਂ, ਆਪਣੀ ਪ੍ਰੋਬਲਮਸ ਨੂੰ ਉਹਨਾਂ ਨੂੰ ਦੱਸ ਸਕਦੇ ਹਾਂ ਜੋ ਸਾਨੂੰ ਸੋਲੂਸ਼ਨ ਦੱਸ ਸਕਦੀ ਹੈ। ਅਤੇ ਸਾਨੂੰ ਸਕੂਲਾਂ 'ਚ ਬਹੁਤ ਵਧੀਆ ਲੱਗਿਆ। ਸਾਰੇ ਸੈਨੀਟਾਈਜੇਸ਼ਨ ਵਗੈਰਾ ਹੋਈ ਹੈ ਸਕੂਲ ਦੇ ਵਿੱਚ, ਸੋਸ਼ਲ ਡਿਸਟੈਂਸਿੰਗ ਰੱਖੀ ਜਾ ਰਹੀ ਹੈ, ਹਰ ਇੱਕ ਮਤਲਬ ਰੂਲਸ ਫੋਲੋ ਕੀਤੇ ਜਾ ਰਹੇ ਨੇ। ਜੀ ਪ੍ਰੋਟੋਕਾਲ ਦੇ ਵਿੱਚ ਤਾਂ ਜੋ ਵੀ SOPs ਦੱਸੀਆਂ ਹੋਈਆਂ ਨੇ ਕੋਵਿਡ-19 ਦੀਆਂ, ਉਹ ਸਾਰਿਆਂ ਦਾ ਪਾਲਣ ਕੀਤਾ ਗਿਆ ਹੈ। ਅਸੀਂ ਕੱਲ੍ਹ ਸ਼ਾਮ ਤੱਕ ਹੀ ਸਾਰੇ ਦੀ ਸਾਰੀ ਸਾਫ਼ ਸਫਾਈ ਅਤੇ ਸੈਨੀਟਾਈਜੇਸ਼ਨ ਪੂਰੀ ਬਿਲਡਿੰਗ ਦੀ ਕਰਵਾ ਲਈ ਸੀ। ਬੱਚੇ ਅੱਜ ਆਏ ਹੋਏ ਨੇ, ਮਤਲਬ ਬਹੁਤ ਜ਼ਿਆਦਾ ਤਾਂ ਨਹੀਂ, ਪਰ ਫਿਰ ਵੀ 50% ਤੋਂ ਉੱਪਰ ਬੱਚੇ ਸਾਡੇ ਅੱਜ ਹਾਜ਼ਰ ਨੇ। ਅਤੇ ਬੱਚਿਆਂ ਨੂੰ ਕਾਫੀ ਸਵੇਰੇ ਪ੍ਰੇਅਰ ਦੇ ਵਿੱਚ ਮੋਟੀਵੇਟ ਕੀਤਾ ਗਿਆ ਹੈ ਕਿ ਆਪਣੇ ਹੋਰ ਸਾਥੀਆਂ ਨੂੰ ਵੀ ਜ਼ਿਆਦਾ ਮੋਟੀਵੇਟ ਕਰਕੇ ਲੈ ਕੇ ਆਓ, ਤਾਂ ਪੜ੍ਹਾਈ ਦੇ ਬਾਰੇ ਅੱਜ ਤੋਂ ਹੀ ਉਹਨਾਂ ਨੂੰ ਸ਼ੁਭ ਇੱਛਾਵਾਂ ਦੇ ਨਾਲ ਐਕਚੁਅਲ ਉਹਨਾਂ ਦੀ ਪੜ੍ਹਾਈ ਜਿਹੜੀ ਹੈ ਫਿਜ਼ੀਕਲ ਕਰਾ ਦਿੱਤੀ। ਉਧਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਾਸੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲਕੀ ਜਾਂ ਤੇਜ਼ ਬਾਰਿਸ਼ ਲਗਾਤਾਰ ਪੰਜਾਬ ਦੇ ਵਿੱਚ ਪੈ ਸਕਦੀ ਹੈ, ਜਿਸ ਦੇ ਚੱਲਦਿਆਂ ਕੱਚੀਆਂ ਕੰਧਾਂ, ਕੱਚੀਆਂ ਦੀਵਾਰਾਂ ਅਤੇ ਜੜ੍ਹਾਂ ਤੋਂ ਖੋਖਲੇ ਦਰਖਤਾਂ ਦੇ ਕੋਲ ਨਾ ਖੜਿਆ ਜਾਵੇ, ਕਿਉਂਕਿ ਇਹ ਕਿਸੇ ਵੀ ਵਕਤ ਗਿਰ ਸਕਦੇ ਨੇ ਤੇ ਇਸ ਦੇ ਨਾਲ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਇਸ ਕਰਕੇ ਇਹਨਾਂ ਮੀਂਹ ਦੇ ਦਿਨਾਂ ਦੇ ਵਿੱਚ ਅਜਿਹੀਆਂ ਚੀਜ਼ਾਂ ਦੇ ਕੋਲ ਖੜਨ ਤੋਂ ਗੁਰੇਜ਼ ਕੀਤਾ ਜਾਵੇ। 13 ਜੁਲਾਈ ਤੋਂ ਬਾਅਦ ਜਦੋਂ ਇੱਕ ਵਾਰੀ ਦੁਬਾਰਾ ਰਿਵਾਈਵ ਹੋਈ ਹੈ ਮੌਨਸੂਨ, ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਹਦੀ ਪ੍ਰੋਗਰੈਸ ਬਹੁਤ ਜ਼ਿਆਦਾ ਵਧੀਆ ਰਹੀ ਹੈ। ਫਿਰ ਵੀ ਜੇ ਆਪਾਂ ਦੇਖੀਏ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ 20% ਜਿਹੜਾ ਡੈਫਿਸਿਟ ਚੱਲ ਰਿਹਾ ਪੰਜਾਬ ਦੇ ਵਿੱਚ, ਪਰ ਅਗਰ 20+ ਜਾਂ ਮਾਈਨਸ ਹੁੰਦਾ ਉਹਨੂੰ ਅਸੀਂ ਨਾਰਮਲੀ ਕੰਸੀਡਰ ਕਰਦੇ ਹਾਂ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਸਥਿਤੀ ਜਿਹੜੀ ਆ ਉਹ ਕਾਫੀ ਮਤਲਬ ਹੱਦ ਤੱਕ ਕਾਫੀ ਵਧੀਆ ਹੈਗੀ, ਚੱਲ ਰਹੀ ਜਿਹੜੀ ਹੈ। ਪਾਣੀ ਦਾ ਲੈਵਲ ਵੀ ਠੀਕ ਚੱਲ ਰਿਹਾ ਹੈ, ਔਰ ਜਿਸ ਤਰ੍ਹਾਂ ਪਿੱਛੇ ਦਿਨਾਂ 'ਚ ਬਾਰਿਸ਼ ਹੋਈ ਹੈ, ਥੋੜ੍ਹੀ ਰੁਕ ਕੇ ਬਾਰਿਸ਼ ਹੁੰਦੀ ਰਹੀ ਹੈ, ਜਿਹਦੇ ਨਾਲ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹਨੂੰ ਵੀ ਮਤਲਬ ਪੂਰਤੀ ਕਰਨ ਦੇ ਵਿੱਚ ਕਾਫੀ ਸਹਾਈ ਰਹੀ ਹੈ ਇਹ ਬਾਰਿਸ਼, ਕਿਉਂਕਿ ਜਿਹੜੀ ਥੋੜ੍ਹੀ ਬਾਰਿਸ਼ ਹੈ ਉਹ ਜਦੋਂ ਸਿਮਦੀ ਹੈ ਤਾਂ ਉਹ ਜਿਹੜਾ ਪਾਣੀ ਜਿਹੜਾ ਆਪਣਾ ਧਰਤੀ ਹੇਠਲਾ ਪਾਣੀ ਹੈ ਉਹਦਾ ਜਿਹੜਾ ਵਾਟਰ ਟੇਬਲ ਨੂੰ ਵੀ ਅਪ ਕਰਨ ਦੇ ਵਿੱਚ ਕਾਫੀ ਸਹਾਈ ਹੁੰਦੀ ਹੈ। ਸੋ ਜੇ ਆਪਾਂ ਅਲੱਗ-ਅਲੱਗ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਕੁਝ ਜ਼ਿਲ੍ਹਿਆਂ ਦੀ ਸਥਿਤੀ ਤਾਂ ਬਹੁਤ ਹੀ ਵਧੀਆ ਰਹੀ ਹੈ, ਜਿਸ ਤਰ੍ਹਾਂ ਕਿ ਆਪਾਂ
ਪਠਾਨਕੋਟ ਦੀ ਗੱਲ ਕਰਦੇ ਹਾਂ, ਲੁਧਿਆਣਾ ਹੈਗਾ, ਜਲੰਧਰ, ਕਪੂਰਥਲਾ, ਪਟਿਆਲਾ, ਇਹ ਜਿਹੜੇ ਜ਼ਿਲ੍ਹੇ ਸੀਗੇ ਇਹਨਾਂ ਦੇ ਵਿੱਚ ਤਾਂ ਜਿਹੜੀ ਆਪਾਂ ਕਹਿ ਸਕਦੇ ਹਾਂ ਨਾਰਮਲ ਤੋਂ ਅੱਛੀ ਬਾਰਿਸ਼ ਦੇਖੀ ਗਈ ਹੈ। ਪਰ ਕੁਝ ਜ਼ਿਲ੍ਹੇ ਜਿਹੜੇ ਕਿ ਸਾਊਥ ਵੈਸਟਰਨ ਡਿਸਟ੍ਰਿਕਟਸ ਦੇ ਵਿੱਚ ਆਉਂਦੇ ਆ, ਜਿਵੇਂ ਫਾਜ਼ਿਲਕਾ, ਸੰਗਰੂਰ ਹੈ, ਮੋਹਾਲੀ, ਇੱਧਰ ਆ ਗਿਆ ਈਸਟ ਵਾਲੀ ਸਾਈਡ 'ਤੇ ਮਾਨਸਾ, ਬਰਨਾਲਾ, ਇਹ ਜ਼ਿਲ੍ਹੇ ਜਿਹੜੇ ਆ ਥੋੜ੍ਹੇ ਜਿਹੇ ਡੈਫਿਸਿਟ ਚੱਲ ਰਹੇ ਆ। ਪਰ ਉਮੀਦ ਕਰ ਰਹੇ ਹਾਂ ਕਿ ਜਿਹੜੇ ਆਉਣ ਵਾਲੇ 2-3 ਦਿਨ ਆ ਇਹਨਾਂ ਦੇ ਵਿੱਚ ਫਿਰ ਪੰਜਾਬ ਦੇ ਵਿੱਚ ਮੌਨਸੂਨ ਦੀ ਅੱਛੀ ਬਾਰਿਸ਼ ਦੇਖਣ ਨੂੰ ਮਿਲੂਗੀ ਔਰ ਜਿਹੜੀ ਪੂਰਤੀ ਹੈਗੀ ਹੈ ਘਾਟੇ ਦੀ ਉਹ ਪੂਰੀ ਹੋ ਸਕਦੀ ਹੈ, ਕਿਉਂਕਿ ਜਿਹੜੇ ਜ਼ਿਲ੍ਹੇ ਹਲੇ ਡੈਫਿਸਿਟ ਰਹਿ ਰਹੇ ਨੇ ਉਮੀਦ ਕਰਦੇ ਹਾਂ ਕਿ ਉਹਨਾਂ ਦੇ ਵਿੱਚ ਵੀ ਅਗਰ ਇਹਨਾਂ ਦਿਨਾਂ ਦੇ ਵਿੱਚ ਬਾਰਿਸ਼ ਅੱਛੀ ਹੋ ਜਾਂਦੀ ਹੈ ਤਾਂ ਆਪਾਂ ਜਿਹੜਾ 20% ਦਾ ਡੈਫਿਸਿਟ ਹੈ ਉਹਨੂੰ ਵੀ ਆਪਾਂ ਕਵਰ ਅਪ ਕਰ ਸਕਦੇ ਹਾਂ। ਉਧਰ ਲਗਾਤਾਰ ਵੱਧ ਰਹੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਚਿੰਤਾ ਜਤਾਈ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਨੂੰ ਸੱਦਿਆ ਗਿਆ ਸੀ ਤੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਅਗਲੀ ਰਣਨੀਤੀ ਬਣਾਈ ਜਾ ਰਹੀ ਹੈ ਕਿ ਆਖਰਕਾਰ ਕਿਸ ਤਰ੍ਹਾਂ ਇਹਨਾਂ ਬੇਅਦਬੀ ਮਾਮਲਿਆਂ ਨੂੰ ਵਧਣ ਤੋਂ ਰੋਕਿਆ ਜਾਵੇ ਅਤੇ ਪੁਰਾਣੇ ਮਾਮਲਿਆਂ ਦੇ ਵਿੱਚ ਕਿਸ ਤਰ੍ਹਾਂ ਕਾਨੂੰਨੀ ਕਾਰਵਾਈ ਦੇ ਉੱਤੇ ਅੱਗੇ ਵਧਿਆ ਜਾਵੇ। ਜਿਹੜੀਆਂ ਅੱਜ ਜਥੇਬੰਦੀਆਂ ਦੀ ਇੱਕ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ ਹੈ, ਉਹਦੇ 'ਚ ਇੱਕ ਸਾਂਝੇ ਰੂਪ ਦੇ ਵਿੱਚ ਮਤਾ ਜਿਹੜਾ ਹੈਗਾ ਉਹ ਪਾਸ ਕੀਤਾ ਹੈਗਾ। ਪਿਛਲੇ ਕਾਫੀ ਅਰਸੇ ਤੋਂ ਧਰਮ ਅਤੇ ਸਮਾਜ ਵਿਰੋਧੀ ਅੰਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਾਨ ਸਤਿਕਾਰ ਨੂੰ ਠੇਸ ਪਹੁੰਚਾਉਣ ਵਾਲੀਆਂ ਕਾਰਵਾਈਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਔਰ ਗੁਰੂ ਨਾਨਕ ਨਾਮ ਮਿਲਵਾ ਸਿੱਖਾਂ ਤੇ ਇਨਸਾਨੀਅਤ ਦੇ ਹਰੇਕ ਹਮਾਇਤੀ ਦੇ ਹਿਰਦਿਆਂ ਨੂੰ ਇਹਨਾਂ ਕਾਰਵਾਈਆਂ ਨੇ ਬਲੂੰਦਰਿਆ ਹੈ। ਬਹੁਤ ਵੱਡਾ ਇਹਨਾਂ ਕੁਕਰਮੀਆਂ ਨੇ ਇੱਕ ਕਿਸਮ ਦਾ ਕੁਕਰਮ ਕੀਤਾ, ਅਪਰਾਧ ਕੀਤਾ। ਸਰਕਾਰ ਅਤੇ ਕਈ ਵੱਖ-ਵੱਖ ਸੰਸਥਾਵਾਂ ਵੱਲੋਂ ਇਹਨਾਂ ਘਟਨਾਵਾਂ ਦੀ ਪੜਤਾਲ ਵੀ ਕੀਤੀ ਗਈ ਹੈ। ਅਖਬਾਰਾਂ ਵਿੱਚ ਅਪਰਾਧੀਆਂ ਵੱਲੋਂ ਬਿਆਨ ਦੇ ਕੇ ਇਸ ਮਹਾਨ ਗ੍ਰੰਥ ਦੀ ਬੇਅਦਬੀ ਦੀ ਘਟਨਾ ਦੀ ਜ਼ਿੰਮੇਵਾਰੀ ਲੈਣ ਦੇ ਬਿਆਨ ਵੀ ਜਿਹੜੇ ਉਹ ਸਾਡੇ ਸਾਹਮਣੇ ਆਏ ਆ। ਪਰ ਅਫਸੋਸ ਹੈ ਕਿ ਦੁਨੀਆ ਵਿੱਚ ਸ਼ਾਂਤੀ ਵਰਤਾਉਣ ਦੇ ਸਮਰੱਥ ਗੁਰੂ ਸਰੂਪ ਦੇ ਘੋਰ ਇਸ ਤਰ੍ਹਾਂ ਦੇ ਮਾਨ ਸਨਮਾਨ ਨੂੰ ਸੱਟ ਲਾਉਣ ਵਾਲੀਆਂ ਜਿਹੜੀਆਂ ਕਾਰਵਾਈਆਂ ਇਹ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਔਰ ਅਸੀਂ ਅੱਜ ਦਾ ਜਿਹੜਾ ਇਹ ਇਕੱਠ ਹੈ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸਮੁੱਚੇ ਸਿੱਖ ਪੰਥ ਨੂੰ ਅਪੀਲ ਕਰਦਾ ਹੈ ਕਿ ਇਹਨਾਂ ਘੋਰ ਅਪਰਾਧ ਦੇ ਦੋਸ਼ੀਆਂ ਨੂੰ ਪਛਾਣ ਕੇ ਜਲਦ ਤੋਂ ਜਲਦ ਸਖਤ ਸਜ਼ਾਵਾਂ ਦੇਣ ਲਈ ਇੱਕ ਸਾਂਝੀ ਲਾਮਬੰਦੀ ਜਿਹੜੀ ਹੈ ਉਹ ਕੀਤੀ ਜਾਏ। ਪੰਥਕ ਸੰਪਰਦਾਵਾਂ, ਜਥੇਬੰਦੀਆਂ ਤੇ ਵਿਦਵਾਨਾਂ ਦੇ ਇਕੱਠ ਵਿੱਚ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜੀਵਨ ਪ੍ਰਾਣ ਹਨ ਅਤੇ ਉਹਨਾਂ ਦੇ ਜੀਵਨ ਦੇ ਹਰ ਖੇਤਰ ਵਿੱਚ ਅਗਵਾਈ ਕਰਦੇ ਹਨ। ਇਸ ਜਾਗਤ ਜੋਤ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਮਾਮਲਿਆਂ ਤੇ ਕੋਈ ਵੀ ਕਿਸੇ ਕਿਸਮ ਦੀ ਸਿਆਸਤ ਜਿਹੜੀ ਹੈ ਉਹ ਨਾ ਕੀਤੀ ਜਾਵੇ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਨਹੀਂ, ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।